Good morning, dear students, and welcome to the English class. Today, we are going to read lesson number 4 from your Beehive book, and name of the lesson is A Truly Beautiful Mind. So, beautiful mind. Mind भी beautiful ਹੁੰਦਾ ਆ ਹਾਂ obviously ਹੁੰਦਾ ਆ ਜਦੋਂ ਉਹ ਕਿਸੇ ਦੀ ਭਲਾਈ ਸੋਚਦਾ ਹੋਵੇ, ਕਿਸੇ ਦੇ ਬੈਨੀਫਿਟ ਲਈ ਕੁਝ ਕਰਦਾ ਹੋਵੇ ਔਰ ਐਸੇ ਮਾਈਂਡ ਨੂੰ ਜਿਹੜਾ ਕਿ ਸਿਰਫ ਤੇ ਸਿਰਫ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਹੀ ਕੁਝ ਅੱਛਾ ਨਾ ਕਰੇ, ਪੂਰੀ ਹਿਊਮਨ ਰੇਸ ਲਈ ਕੁਝ ਅੱਛਾ ਕਰੇ, ਉਹਦੇ ਲਈ ਵੀ ਟਰਮ ਇਹ ਯੂਜ਼ ਕੀਤੀ ਜਾ ਸਕਦੀ ਆ ਅ ਟਰੂਲੀ ਬਿਊਟੀਫੁਲ ਮਾਈਂਡ, ਰਾਈਟ। ਸੋ ਇੱਦਾਂ ਦੇ ਹੀ ਇੱਕ ਪਰਸਨ ਦੀ ਇਸ ਚੈਪਟਰ ਦੇ ਵਿੱਚ ਗੱਲ ਕੀਤੀ ਗਈ ਆ ਅਤੇ ਉਹ ਪਰਸਨ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਅਤੇ ਉਹਨਾਂ ਦਾ ਨਾਮ ਹੈ ਐਲਬਰਟ ਆਇਨਸਟਾਈਨ। ਸੋ ਐਲਬਰਟ ਆਇਨਸਟਾਈਨ ਐਜ਼ ਵੀ ਆਲ ਨੋ ਵਾਜ਼ ਅ ਗ੍ਰੇਟ ਸਾਇੰਟਿਸਟ ਅਤੇ ਉਹਨਾਂ ਦੀ ਬਹੁਤ ਵੱਡੀ ਦੇਣ ਹੈਗੀ ਆ ਸਾਇੰਸ ਦੇ ਫੀਲਡ ਦੇ ਵਿੱਚ। ਅੱਜ ਉਹਨਾਂ ਬਾਰੇ ਅਸੀਂ ਰੀਡ ਕਰਾਂਗੇ ਅਤੇ ਉਹਨਾਂ ਲਈ ਹੀ ਇਹ ਟਰਮ ਯੂਜ਼ ਕੀਤੀ ਗਈ ਆ ਅ ਟਰੂਲੀ ਬਿਊਟੀਫੁਲ ਮਾਈਂਡ। ਉਹਨਾਂ ਦੀ ਲਾਈਫ 'ਤੇ ਕੁਛ ਇੱਕ ਅਸੀਂ ਕਹਿ ਸਕਦੇ ਹਾਂ ਇਹ ਚੈਪਟਰ ਜੋ ਹੈਗਾ ਆ ਉਹਨਾਂ ਦੀ ਇੱਕ ਬਾਇਓਗ੍ਰਾਫੀ ਹੈ। ਇਹਦੇ ਵਿੱਚ ਉਹਨਾਂ ਬਾਰੇ ਦੱਸਿਆ ਗਿਆ ਹੈ ਕੁਛ ਉਹਨਾਂ ਦੇ ਲਾਈਫ ਦੇ ਜਿਹੜੇ ਇੰਪੋਰਟੈਂਟ ਅਸੀਂ ਕਹਿ ਸਕਦੇ ਹਾਂ ਸੀਨਸ ਨੂੰ ਡਿਸਕਰਾਈਬ ਕੀਤਾ ਗਿਆ ਆ। ਸੋ ਅਸੀਂ ਉਹਨਾਂ ਨੂੰ ਐਜ਼ ਅ ਸਾਇੰਟਿਸਟ ਜਾਣਦੇ ਹਾਂ, ਬਟ ਇਸ ਚੈਪਟਰ ਨੂੰ ਪੜ੍ਹਨ ਤੋਂ ਬਾਅਦ ਉਹਨਾਂ ਦੀ ਇੱਕ ਹੋਰ ਵੀ ਡੈਫੀਨੇਸ਼ਨ ਸਾਡੇ ਸਾਹਮਣੇ ਆਉਂਦੀ ਆ ਅਤੇ ਉਹ ਡੈਫੀਨੇਸ਼ਨ ਕੀ ਹੈ ਉਹ ਅਸੀਂ ਚੈਪਟਰ ਨੂੰ ਰੀਡ ਕਰਕੇ ਦੇਖਾਂਗੇ। ਸੋ ਲੈਟਸ ਸਟਾਰਟ ਦਾ ਚੈਪਟਰ। Albert Einstein was born on 14th March 1879 in German city of Ulm. So, ਆਇਨਸਟਾਈਨ ਦਾ ਜਨਮ 14 ਮਾਰਚ 1879 ਨੂੰ ਜਰਮਨੀ ਦੀ ਇੱਕ ਸਿਟੀ ਉਲਮ ਦੇ ਵਿੱਚ ਹੋਇਆ। Without any indication that he was destined for greatness, on the contrary, his mother thought Albert was a freak. To her, his head seemed much too large. ਹੁਣ ਕੋਈ ਵੀ ਇੱਦਾਂ ਦਾ ਪਹਿਲਾਂ ਇੰਡੀਕੇਸ਼ਨ ਨਹੀਂ ਸੀ ਜਦੋਂ ਕਹਿੰਦੇ ਉਹਨਾਂ ਦਾ ਬਰਥ ਹੋਇਆ ਕਿ ਇੱਦਾਂ ਦਾ ਕੁਝ ਲੱਗੇਗੀ ਉਹ ਫਿਊਚਰ ਦੇ ਵਿੱਚ ਇੰਨੇ ਫੇਮਸ ਸਾਇੰਟਿਸਟ ਬਣਨਗੇ। ਕੁਝ ਗ੍ਰੇਟ ਨਹੀਂ ਨਜ਼ਰ ਆਉਂਦਾ ਸੀ ਜਦੋਂ ਉਹਨਾਂ ਦਾ ਜਨਮ ਹੋਇਆ। ਅਤੇ ਉਹਨਾਂ ਦੀ ਜਿਹੜੀ ਮਦਰ ਸੀ ਆਇਨਸਟਾਈਨ ਦੀ ਫਰੀਕ ਹੁੰਦਾ ਅਬਨੋਰਮਲ, ਉਹਨਾਂ ਨੂੰ ਹਮੇਸ਼ਾ ਆਇਨਸਟਾਈਨ ਇੱਕ ਐਬਨੋਰਮਲ ਬੱਚੇ ਦੀ ਤਰ੍ਹਾਂ ਲੱਗੇ। ਕਿਉਂ ਲੱਗੇ ਸੀਗੇ ਉਹ ਅਸੀਂ ਰੀਡ ਕਰਾਂਗੇ ਫਰਦਰ। ਅਤੇ ਉਹਨਾਂ ਦੀ ਮਦਰ ਵਾਸਤੇ ਟੂ ਹਰ ਮੀਨਸ ਹਿਜ਼ ਮੋਮ, ਉਹਨਾਂ ਦੀ ਮਦਰ ਵਾਸਤੇ ਆਇਨਸਟਾਈਨ ਦੇ ਸਿਰ ਦਾ ਜਿਹੜਾ ਸਾਈਜ਼ ਸੀ ਉਹ ਕੀ ਸੀ ਲਾਰਜ ਸੀ। ਜਿੱਦਾਂ ਨੋਰਮਲ ਬੱਚਿਆਂ ਦਾ ਸਾਈਜ਼ ਹੁੰਦਾ ਨਾ ਸਿਰ ਦਾ, ਉਸ ਤੋਂ ਜ਼ਿਆਦਾ ਸੀਗਾ ਆਇਨਸਟਾਈਨ ਦੇ ਸਿਰ ਦਾ ਸਾਈਜ਼। ਐਟ ਦ ਏਜ ਆਫ 2.5 ਆਇਨਸਟਾਈਨ ਸਟਿਲ ਵਾਜ਼ਨਟ ਟਾਕਿੰਗ। ਜਦੋਂ ਆਇਨਸਟਾਈਨ 2.5 ਸਾਲ ਹੋ ਗਏ ਸੀ ਉਦੋਂ ਵੀ ਉਹਨਾਂ ਨੇ ਬੋਲਣਾ ਸਟਾਰਟ ਨਹੀਂ ਕੀਤਾ ਸੀਗਾ। ਹੁਣ ਨੋਰਮਲੀ ਜਿਹੜੇ ਬੱਚੇ ਆ ਉਹ ਸਾਲ ਤੋਂ ਬਾਅਦ ਕੀ ਆ ਬੋਲਣਾ ਸ਼ੁਰੂ ਕਰ ਦਿੰਦੇ ਆ, ਥੋੜ੍ਹਾ ਬਹੁਤਾ ਬੋਲਦੇ ਆ, ਕੁਛ ਨਾ ਕੁਛ ਵਰਡ ਜਿਹੜਾ ਆ ਪਾਪਾ ਮਾਮਾ ਜਾਂ ਕੁਛ ਵੀ ਅੱਕਰ ਕਰਦੇ ਆ, ਬਟ ਆਇਨਸਟਾਈਨ ਕੁਛ ਵੀ ਨਹੀਂ ਬੋਲਦੇ ਸੀ। 2.5 ਸਾਲ ਦੇ ਜਦੋਂ ਤੱਕ ਉਹ ਹੋ ਗਏ ਸੀ ਉਦੋਂ ਵੀ ਉਹਨਾਂ ਨੇ ਬੋਲਣਾ ਸਟਾਰਟ ਨਹੀਂ ਸੀ ਕੀਤਾ। ਵੈਨ ਹੀ ਫਾਈਨਲੀ ਡਿਡ ਲਰਨ ਟੂ ਸਪੀਕ ਹੀ ਅਟਰਡ ਐਵਰੀਥਿੰਗ ਟਵਾਈਸ। ਫਿਰ ਫਾਈਨਲੀ ਜਦੋਂ 2.5 ਸਾਲ ਤੋਂ ਬਾਅਦ ਉਹਨਾਂ ਨੇ ਬੋਲਣਾ ਸਿੱਖਿਆ, ਬੋਲਣਾ ਸ਼ੁਰੂ ਕੀਤਾ ਅਤੇ ਉਹ ਹਰੇਕ ਚੀਜ਼ ਨੂੰ ਦੁਬਾਰਾ ਰਿਪੀਟ ਕਰਦੇ ਸੀ। ਟਵਾਈਸ ਮੀਨਸ ਡਬਲ ਵਾਰ ਕੁਛ ਬੋਲਣਾ, ਹਰੇਕ ਚੀਜ਼ ਨੂੰ ਉਹ 2 ਵਾਰੀ ਬੋਲਦੇ ਸੀਗੇ। ਆਇਨਸਟਾਈਨ didn't know what to do with the other children and his playmates called him brother boring. ਹੁਣ ਆਇਨਸਟਾਈਨ ਨੂੰ ਇੰਨਾ ਵੀ ਨਹੀਂ ਪਤਾ ਸੀਗਾ ਕਿ ਉਹਨਾਂ ਦੀ ਏਜ ਦੇ ਜਿਹੜੇ ਬੱਚੇ ਆ ਉਹਨਾਂ ਦੇ ਨਾਲ ਉਹਨਾਂ ਨੇ ਕੀ ਕਰਨਾ ਆ। ਹੁਣ ਜਿਹੜੇ ਬੱਚੇ ਹੁੰਦੇ ਆ ਆਪਸ ਦੇ ਵਿੱਚ ਕੀ ਕਰਦੇ ਆ, ਖੇਡਦੇ ਆ, ਲੜਦੇ ਵੀ ਆ, ਝਗੜਦੇ ਵੀ ਆ, ਬਟ ਆਇਨਸਟਾਈਨ ਆਪਣੇ ਹਮ ਉਮਰ ਬੱਚਿਆਂ ਦੇ ਨਾਲ ਨਾ ਤਾਂ ਘੁਲਦੇ ਮਿਲਦੇ ਸੀ, ਨਾ ਉਹਨਾਂ ਨਾਲ ਗੱਲ ਕਰਦੇ ਸੀ, ਨਾ ਖੇਲਦੇ ਸੀ। ਅਤੇ ਉਹਨਾਂ ਦੇ ਜਿਹੜੇ ਹਮ ਉਮਰ ਬੱਚੇ ਸੀਗੇ ਉਹਨਾਂ ਨੂੰ ਬ੍ਰਦਰ ਬੋਰਿੰਗ ਕਹਿੰਦੇ ਸੀ ਕਿਉਂਕਿ ਉਹਨਾਂ ਨੂੰ ਬੁਲਾਉਂਦੇ ਹੀ ਨਹੀਂ ਸੀ ਆਇਨਸਟਾਈਨ, ਨਾ ਹੀ ਉਹਨਾਂ ਦੇ ਨਾਲ ਖੇਲਦੇ ਸੀ। ਸੋ ਦ ਯੰਗਸਟਰ ਪਲੇਡ ਬਾਈ ਹਿਮਸੈਲਫ ਮਚ ਆਫ ਦ ਟਾਈਮ। ਅਤੇ ਇਸੇ ਕਰਕੇ ਆਇਨਸਟਾਈਨ ਜਿਹੜੇ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦੇ, ਉਹ ਆਪਣੇ ਆਪ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਸੀ ਅਤੇ ਆਪਣੇ ਆਪ ਹੀ ਉਹ ਖੇਲਦੇ ਸੀ।
ਹੀ ਸਪੈਸ਼ਲੀ ਲਵਡ ਮੈਕੈਨੀਕਲ ਚੋਇਸ, ਉਹਨਾਂ ਨੂੰ ਜ਼ਿਆਦਾਤਰ ਮੈਕੈਨੀਕਲ ਚੋਇਸ ਪਸੰਦ ਸੀ ਆਇਨਸਟਾਈਨ ਨੂੰ। ਲੁਕਿੰਗ ਐਟ ਹਿਜ਼ ਨਿਊਬੋਰਨ ਸਿਸਟਰ ਮਾਜਾ, ਹੀ ਇਜ਼ ਸੈਡ ਟੂ ਹੈਵ ਸੈਡ ਫਾਈਨ ਬਟ ਵੇਅਰ ਆਰ ਹਰ ਵੀਲਸ। ਹੁਣ ਜਦੋਂ ਆਇਨਸਟਾਈਨ ਦੀ ਛੋਟੀ ਜਿਹੜੀ ਸਿਸਟਰ ਹੈ ਉਹਦਾ ਨਾਮ ਮਾਜਾ ਆ, ਜਿੱਦਾਂ ਕਿ ਤੁਸੀਂ ਇਸ ਪਿਕਚਰ 'ਚ ਦੇਖ ਸਕਦੇ ਹੋ, ਆਇਨਸਟਾਈਨ ਦੀ ਸਿਸਟਰ ਹੈ ਮਾਜਾ। ਜਦੋਂ ਇਹਨਾਂ ਦੀ ਸਿਸਟਰ ਦਾ ਜਨਮ ਹੋਇਆ ਸੀ ਅਤੇ ਆਇਨਸਟਾਈਨ ਨੇ ਜਦੋਂ ਇਸ ਨੂੰ ਦੇਖਿਆ ਆਪਣੀ ਸਿਸਟਰ ਨੂੰ, ਅਤੇ ਉਹਨੂੰ ਦੇਖ ਕੇ ਆਇਨਸਟਾਈਨ ਕਹਿੰਦੇ ਠੀਕ ਹੈ ਪਰ ਇਹਦੇ ਵੀਲਸ ਕਿੱਥੇ ਆ। ਹੁਣ ਜਿੱਦਾਂ ਕਿ ਅਸੀਂ ਇਸ ਲਾਈਨ ਦੇ ਵਿੱਚ ਪੜ੍ਹਿਆ ਕਿ ਆਇਨਸਟਾਈਨ ਨੂੰ ਮਕੈਨੀਕਲ ਟੋਇਸ ਦੇ ਨਾਲ ਜ਼ਿਆਦਾ ਪਿਆਰ ਸੀ, ਉਹਨਾਂ ਦੇ ਨਾਲ ਜ਼ਿਆਦਾ ਖੇਲਣਾ ਪਸੰਦ ਸੀ। ਅਤੇ ਜਦੋਂ ਉਹਨਾਂ ਨੇ ਆਪਣੀ ਲਿਟਲ ਸਿਸਟਰ ਨੂੰ ਦੇਖਿਆ ਨਾ, ਹੁਣ ਇੱਕ ਛੋਟਾ ਬੱਚਾ ਵੀ ਬਿਲਕੁਲ ਇੱਕ ਟੋਏ ਦੀ ਤਰ੍ਹਾਂ ਹੀ ਲੱਗਦਾ ਹੈ ਜਦੋਂ ਨਿਊਬੋਰਨ ਬੇਬੀ ਹੁੰਦਾ ਹੈ, ਅਤੇ ਉਹਦੇ ਜਿਹੜੇ ਪੈਰ ਵਗੈਰਾ ਉਹਨਾਂ ਨੂੰ ਨਹੀਂ ਦਿਖੇ, ਮੇਬੀ ਉਹ ਕੱਪੜੇ ਦੇ ਵਿੱਚ ਲਪੇਟੇ ਹੋਏ ਸੀਗੇ। ਇਸ ਟਾਈਮ ਲੱਗਿਆ ਕਿ ਇਹ ਵੀ ਕੋਈ ਟੋਏ ਆ ਉਹਨਾਂ ਦੀ ਸਿਸਟਰ, ਅਤੇ ਉਹਨਾਂ ਨੇ ਕਿਹਾ ਕਿ ਇਹਦੇ ਵੀਲਸ ਕਿੱਥੇ ਆ। A headmaster once told his father that what Einstein chose a profession wouldn't matter because he'll never make a success at anything। ਹੁਣ ਇੱਕ ਵਾਰ ਜਿਹੜੇ ਆਇਨਸਟਾਈਨ ਦੇ ਹੈਡਮਾਸਟਰ ਸੀਗੇ, ਉਹਨਾਂ ਨੇ ਆਇਨਸਟਾਈਨ ਦੇ ਫਾਦਰ ਨੂੰ ਕਿਹਾ ਕਿ ਆਇਨਸਟਾਈਨ ਅੱਗੇ ਜਾ ਕੇ ਫਿਊਚਰ ਦੇ ਵਿੱਚ ਕੋਈ ਵੀ ਪ੍ਰੋਫੈਸ਼ਨ ਚੂਜ਼ ਕਰੇ ਪਰ ਉਹਨੂੰ ਕਦੀ ਵੀ ਸਫਲਤਾ ਹਾਸਿਲ ਨਹੀਂ ਹੋਏਗੀ। Einstein began learning to play the violin at the age of 6 because his mother wanted him to। ਅਤੇ ਹੁਣ ਜਦੋਂ ਆਇਨਸਟਾਈਨ 6 ਸਾਲ ਦੇ ਸੀ ਉਹ ਵਾਇਲਨ ਸਿੱਖਣ ਲੱਗ ਗਏ। ਵਾਇਲਨ ਪਤਾ ਹੈ ਨਾ, ਇੱਕ ਮਿਊਜ਼ੀਕਲ ਇੰਸਟਰੂਮੈਂਟ। ਦੈਨ ਉਹਨਾਂ ਨੇ ਵਾਇਲਨ ਸਿੱਖਣੀ ਸ਼ੁਰੂ ਕੀਤੀ ਜਦੋਂ 6 ਸਾਲ ਦੇ ਸੀ, ਅਤੇ ਇੱਦਾਂ ਉਹਨਾਂ ਦੀ ਮਦਰ ਚਾਹੁੰਦੀ ਸੀ ਕਿ ਉਹ ਵਾਇਲਨ ਸਿੱਖਣ। ਹੀ ਲੇਟਰ ਬਿਕੇਮ ਅ ਗਿਫਟਡ ਐਮੇਚਿਓਰ ਵਾਇਲਨਿਸਟ ਮੇਨਟੇਨਿੰਗ ਦਿਸ ਸਕਿੱਲ ਥਰੂ ਆਊਟ ਹਿਜ਼ ਲਾਈਫ। ਅਤੇ ਬਾਅਦ ਦੇ ਵਿੱਚ ਵਾਇਲਨ ਸਿੱਖਦੇ ਹੋਏ ਉਹ ਇੱਕ ਐਮੇਚਿਓਰ ਹੁੰਦਾ, ਨੋਨ ਪ੍ਰੋਫੈਸ਼ਨਲ, ਇੱਕ ਬਹੁਤ ਹੀ ਪਰਫੈਕਟ ਜਿਹੜੇ ਆ ਵਾਇਲਨਿਸਟ ਬਣ ਗਏ। ਬਟ ਉਹਨਾਂ ਨੇ ਇਸ ਸਕਿੱਲ ਨੂੰ ਐਜ਼ ਅ ਪ੍ਰੋਫੈਸ਼ਨ ਯੂਜ਼ ਨਹੀਂ ਕੀਤਾ, ਅਤੇ ਇਹ ਸਕਿੱਲ ਜਿਹੜਾ ਸੀ ਉਹਨਾਂ ਦੇ ਨਾਲ ਪੂਰੀ ਲਾਈਫ ਟਾਈਮ ਰਿਹਾ। ਮੀਨਸ ਉਹ ਐਜ਼ ਅ ਪ੍ਰੋਫੈਸ਼ਨ ਵਾਇਲਨ ਪਲੇ ਨਹੀਂ ਕਰਦੇ ਸੀ, ਆਪਣੇ ਸ਼ੌਂਕ ਲਈ ਹੀ ਪੇ ਕਰਦੇ ਸੀਗੇ। But Albert Einstein was not a bad pupil. He went to high school in Munich, where Einstein's family had moved when he was 15 months old and scored good marks in almost every subject। पर आइंस्टाइन कहते कि pupil ਹੁੰਦਾ student, एक bad student नहीं ਸੀ, ਤੇ ਉਹ ਕੀ ਸੀਗੇ ਮਿਊਨਿਕ ਦੇ ਵਿੱਚ ਚਲੇ ਗਏ ਸੀਗੇ ਜਦੋਂ ਉਹ 15 ਮੰਥ ਦੇ ਸੀਗੇ ਹਜੇ। ਉੱਥੇ ਉਹਨਾਂ ਦੀ ਫੈਮਿਲੀ ਜਿਹੜੀ ਉਲਮ ਤੋਂ ਮਿਊਨਿਕ ਸ਼ਿਫਟ ਕਰ ਗਈ ਸੀ। ਮਿਊਨਿਕ ਵੀ ਜਰਮਨੀ ਦੀ ਸਿਟੀ ਹੈ, ਉੱਥੇ ਸ਼ਿਫਟ ਕਰ ਗਏ ਸੀ ਉਲਮ ਤੋਂ। ਅਤੇ ਉੱਥੇ ਜਦੋਂ ਆਇਨਸਟਾਈਨ ਸਕੂਲ ਗਏ ਮਿਊਨਿਕ ਦੇ ਵਿੱਚ, ਅਤੇ ਉਹਨਾਂ ਨੇ ਹਰੇਕ ਸਬਜੈਕਟ ਦੇ ਵਿੱਚੋਂ ਵਧੀਆ ਮਾਰਕਸ ਗੇਨ ਕੀਤੇ। ਆਇਨਸਟਾਈਨ ਹੇਟਡ ਦ ਸਕੂਲਸ ਰੈਜੀਮੈਂਟੇਸ਼ਨ ਐਂਡ ਆਫਟਨ ਕਲੈਸ਼ਡ ਵਿਦ ਦ ਟੀਚਰਸ। ਰੈਜੀਮੈਂਟੇਸ਼ਨਸ ਹੁੰਦੇ ਆ ਸਕੂਲ ਦੇ ਰੂਲਸ ਐਂਡ ਰੈਗੂਲੇਸ਼ਨਸ। ਆਇਨਸਟਾਈਨ ਨੂੰ ਮਿਊਨਿਕ ਦੇ ਵਿੱਚ ਜਿਹੜਾ ਸਕੂਲ ਸੀ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਜੋ ਸੀ ਬਹੁਤ ਜ਼ਿਆਦਾ ਸਟ੍ਰਿਕਟ ਸੀਗੀਆਂ, ਉਹਨਾਂ ਨੂੰ ਪਸੰਦ ਨਹੀਂ ਸੀ ਆਇਨਸਟਾਈਨ ਨੂੰ, ਅਤੇ ਉਹਨਾਂ ਦੇ ਹਮੇਸ਼ਾ ਕਲੈਸ਼ਿਸ ਮੀਨਸ ਕੋਈ ਮਨਮੁਟਾਵ ਜਾਂ ਝਗੜੇ ਹੋ ਜਾਂਦੇ ਸੀ ਆਪਣੇ ਟੀਚਰਸ ਦੇ ਨਾਲ। At the age of 15, Einstein felt so stifled there that he left the school for good। ਅਤੇ ਜਦੋਂ ਆਇਨਸਟਾਈਨ 15 ਸਾਲ ਦੇ ਹੋਏ, ਉਹਨਾਂ ਨੇ ਸਕੂਲ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਤੋਂ ਇੰਨੇ ਜ਼ਿਆਦਾ ਉਹ ਪਰੇਸ਼ਾਨ ਆ ਗਏ ਸੀ, ਤੰਗ ਆ ਗਏ ਸੀਗੇ ਕਿ ਉਹਨਾਂ ਨੇ ਸਕੂਲ ਹੀ ਛੱਡ ਦਿੱਤਾ। The previous year, Albert's parents had moved to Milan and left their son with relatives। ਅਤੇ ਜਦੋਂ ਆਇਨਸਟਾਈਨ ਨੇ ਸਕੂਲ ਛੱਡਿਆ ਮਿਊਨਿਕ ਦੇ ਵਿੱਚ, ਉਹ ਤੋਂ 1 ਸਾਲ ਪਹਿਲਾਂ ਹੀ ਉਹਨਾਂ ਦੀ ਜਿਹੜੀ ਫੈਮਿਲੀ ਸੀਗੀ, ਉਹਨਾਂ ਦੇ ਪੇਰੈਂਟਸ ਸੀਗੇ, ਉਹ ਮਿਲਨ ਨਾਮ ਦੀ ਇੱਕ ਸਿਟੀ ਦੇ ਵਿੱਚ ਜਾ ਕੇ ਰਹਿਣ ਲੱਗ ਗਏ ਸੀਗੇ। ਅਤੇ ਆਇਨਸਟਾਈਨ ਨੂੰ ਉਹਨਾਂ ਦੇ ਰਿਲੇਟਿਵਸ ਦੇ ਕੋਲ ਮਿਊਨਿਕ ਦੇ ਵਿੱਚ ਹੀ ਛੱਡਿਆ ਗਿਆ ਤਾਂ ਕਿ ਉਹਨਾਂ ਦੀ ਸਕੂਲਿੰਗ ਜਿਹੜੀ ਆ ਉਹ ਚੱਲਦੀ ਰਹੇ। After prolonged discussion, Einstein got this wish to continue his education in German-speaking Switzerland।
ਤੇ ਹੁਣ ਆਇਨਸਟਾਈਨ ਉਸ ਸਕੂਲ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਸੀ ਜਿਹਨੂੰ ਉਹ ਛੱਡ ਕੇ ਆਏ ਸੀ ਮਿਊਨਿਕ ਦੇ ਵਿੱਚ, ਕਿਉਂਕਿ ਉਹਦੇ ਰੂਲਸ ਐਂਡ ਰੈਗੂਲੇਸ਼ਨ ਬਹੁਤ ਜ਼ਿਆਦਾ ਸਟ੍ਰਿਕਟ ਸੀਗੇ। ਤੇ ਉਹਨਾਂ ਨੇ ਆਪਣੀ ਫੈਮਿਲੀ ਦੇ ਨਾਲ ਜਿਹੜੀ ਲੰਬੀ ਡਿਸਕਸ਼ਨ ਕੀਤੀ ਕਿ ਉਹ ਸਕੂਲ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ, ਤੇ ਫਾਈਨਲੀ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਜਰਮਨ ਸਪੀਕਿੰਗ ਸਵਿਟਜ਼ਰਲੈਂਡ ਦੇ ਵਿੱਚ, ਸਵਿਟਜ਼ਰਲੈਂਡ ਇੱਕ ਕੰਟਰੀ ਦਾ ਨਾਮ ਹੈ, ਸਵਿਟਜ਼ਰਲੈਂਡ ਦੇ ਵਿੱਚ ਚਲੇ ਜਾਣਗੇ ਜਿੱਥੇ ਕਿ ਜਰਮਨੀ ਭਾਸ਼ਾ ਵੀ ਬੋਲੀ ਜਾਂਦੀ ਹੈ। ਇਨ ਅ ਸਿਟੀ ਵਿਚ ਵਾਜ਼ ਮੋਰ ਲਿਬਰਲ ਦੈਨ ਮਿਊਨਿਕ। ਤੇ ਕਹਿੰਦੇ ਕਿ ਇਹ ਜਿਹੜੀ ਸਿਟੀ ਸੀਗੀ ਸਵਿਟਜ਼ਰਲੈਂਡ ਦੇ ਵਿੱਚ ਉਹ ਕੀ ਸੀਗੀ, ਜ਼ਿਆਦਾ ਲਿਬਰਲ ਸੀ, ਉੱਥੇ ਮੀਨਸ ਸੁਤੰਤਰਤਾ ਜ਼ਿਆਦਾ ਸੀਗੀ ਐਜ਼ ਕੰਪੈਰੇਟਿਵ ਟੂ ਮਿਊਨਿਕ, ਇਸ ਕਰਕੇ ਉਹ ਸਵਿਟਜ਼ਰਲੈਂਡ ਜਾਣਾ ਚਾਹੁੰਦੇ ਸੀ। Einstein was highly gifted in mathematics and interested in physics, and after finishing school he decided to study at a university in Zurich। ਹੁਣ ਆਇਨਸਟਾਈਨ ਸ਼ੁਰੂ ਤੋਂ ਹੀ ਮੈਥੇਮੈਟਿਕਸ ਤੇ ਫਿਜ਼ਿਕਸ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਰੱਖਦੇ ਸੀਗੇ, ਤੇ ਜਦੋਂ ਉਹਨਾਂ ਨੇ ਆਪਣੀ ਸਕੂਲਿੰਗ ਖ਼ਤਮ ਕਰ ਲਈ ਤੇ ਹਾਇਰ ਸਟੱਡੀਜ਼ ਵਾਸਤੇ ਉਹ ਯੂਰਿਕ ਜਾਣਾ ਚਾਹੁੰਦੇ ਸੀਗੇ। But science wasn't the only thing that appealed to the dashing young man with the walrus mustache। ਹੁਣ ਉਹਨਾਂ ਦੇ ਕਹਿੰਦੇ ਕਿ ਜਿਹੜੀ ਸਿਰਫ ਤੇ ਸਿਰਫ ਇਹੀ ਗੱਲ ਨਹੀਂ ਸੀਗੀ ਕਿ ਮੈਥਮੈਟਿਕਸ ਤੇ ਫਿਜ਼ਿਕਸ ਦੇ ਵਿੱਚ ਉਹਨਾਂ ਦਾ ਇੰਟਰਸਟ ਸੀਗਾ, ਇਹੀ ਵਜ੍ਹਾ ਤੋਂ ਉਹ ਯੂਰਿਕ ਨਹੀਂ ਜਾਣਾ ਚਾਹੁੰਦੇ ਸੀਗੇ, ਉਹ ਜਾਣਾ ਚਾਹੁੰਦੇ ਸੀਗੇ ਕਿਸੇ ਹੋਰ ਵਜ੍ਹਾ ਦੇ ਨਾਲ ਵੀ। ਉਹਨਾਂ ਦੀ ਜਿਹੜੀ ਕਹਿੰਦੇ ਪਰਸਨੈਲਿਟੀ ਸੀ ਬਹੁਤ ਜ਼ਿਆਦਾ ਉਹ ਡੈਸ਼ਿੰਗ ਸੀਗੇ। ਹੁਣ ਵੈਲਰਸ ਮਸਟੈਕ ਹੁੰਦੀ ਆ ਮੁੱਛਾਂ ਦੀ ਇੱਕ ਕਿਸਮ, ਉਹਨਾਂ ਦੀ ਜਿਹੜੀਆਂ ਮੁੱਛਾਂ ਸੀ ਇਸ ਟਾਈਪ ਦੀਆਂ ਸੀਗੀਆਂ ਜਦੋਂ ਯੰਗ ਹੁੰਦੇ ਸੀਗੇ, ਤੇ ਉਹ ਬਹੁਤ ਜ਼ਿਆਦਾ ਡੈਸ਼ਿੰਗ ਯੰਗ ਮੈਨ ਲੱਗਦੇ ਸੀ। He also felt a special interest in a fellow student, Mileva Merrick, whom he found to be a clever creature। ਤੇ ਉਹਨਾਂ ਦਾ ਜਿਹੜਾ ਇੰਟਰਸਟ ਹੈ ਇੱਕ ਉਹਨਾਂ ਦੀ ਜਿਹੜੀ ਫੈਲੋ ਸਟੂਡੈਂਟ ਸੀਗੀ ਮਿਲੇਵਾ ਮੈਰਿਕ ਉਹਦੇ ਵਿੱਚ ਵੀ ਸੀ, ਤੇ ਉਹ ਮਿਲੇਵਾ ਮੈਰਿਕ ਨੂੰ ਇੱਕ ਕਲੈਵਰ ਕ੍ਰੀਏਚਰ ਮੰਨਦੇ ਸੀ। This young soul had come to Switzerland because the university in Zurich was one of the few in Europe where women could get degrees। ਹੁਣ ਜਿਹੜੀ ਸਰਬੀਆ ਦਾ ਜਿਹੜਾ ਨਾਗਰਿਕ ਹੋਵੇ, ਹੁਣ ਜਿਹੜੀ ਮਿਲੇਵਾ ਮੈਰਿਕ ਸੀ ਉਹ ਕੀ ਸੀਗੀ ਸਰਬੀਆ ਦੀ ਇੱਕ ਸਿਟੀਜ਼ਨ ਸੀ, ਤੇ ਉਹ ਇੱਥੇ ਸਵਿਟਜ਼ਰਲੈਂਡ ਦੇ ਯੂਰਿਕ ਯੂਨੀਵਰਸਿਟੀ ਦੇ ਵਿੱਚ ਇਸ ਕਰਕੇ ਪੜ੍ਹਨ ਆਈ ਸੀ ਕਿਉਂਕਿ ਉਸ ਟਾਈਮ 'ਤੇ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਵਿਮਨਸ ਨੂੰ ਡਿਗਰੀ ਨਹੀਂ ਮਿਲਦੀ ਸੀ, ਕਿ ਹਰੇਕ ਯੂਨੀਵਰਸਿਟੀ ਦੇ ਵਿੱਚ ਵਿਮਨ ਐਜੂਕੇਸ਼ਨ ਦੀ ਫੈਸਿਲਿਟੀ ਨਹੀਂ ਸੀ। ਇਸੇ ਕਰਕੇ ਉਹ ਆਪਣੀ ਕੰਟਰੀ ਸਰਬੀਆ ਤੋਂ ਸਵਿਟਜ਼ਰਲੈਂਡ ਦੀ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰਨ ਆਏ ਸੀ। ਆਇਨਸਟਾਈਨ saw in her an ally against the Philistines। ਤੇ ਹੁਣ ਆਇਨਸਟਾਈਨ ਐਲਾਈ ਹੁੰਦਾ ਆ ਕੰਪੈਨੀਅਨ। ਆਇਨਸਟਾਈਨ ਨੇ ਮਿਲੇਵਾ ਮੈਰਿਕ ਨੂੰ ਆਪਣਾ ਕੰਪੈਨੀਅਨ ਸਮਝਿਆ ਕਿਸ ਚੀਜ਼ ਦੇ ਵਿੱਚ, ਫਿਲਿਸਟੀਨਸ ਦੇ ਵਿੱਚ। ਹੁਣ ਫਿਲਿਸਟੀਨਸ ਕੌਣ ਹੁੰਦੇ ਆ? ਫਿਲਿਸਟੀਨਸ ਉਹ ਪਰਸਨਸ ਹੁੰਦੇ ਆ ਜਿਹੜੇ ਕਿ ਉਹਨਾਂ ਲੋਕਾਂ ਦੇ ਖਿਲਾਫ ਹੁੰਦੇ ਆ ਜਿਨ੍ਹਾਂ ਦਾ ਇੰਟਰਸਟ ਮਿਊਜ਼ਿਕ, ਲਿਟਰੇਚਰ ਵਗੈਰਾ ਚੀਜ਼ਾਂ ਦੇ ਵਿੱਚ ਹੋਵੇ। ਜਿਹੜੇ ਫਿਲਿਸਟੀਨ ਆ ਉਹਨਾਂ ਨੂੰ ਮਿਲੇਵਾ ਮੈਰਿਕ ਪਸੰਦ ਨਹੀਂ ਕਰਦੀ ਸੀਗੀ, ਤੇ ਆਇਨਸਟਾਈਨ ਵੀ ਉਹਨਾਂ ਨੂੰ ਪਸੰਦ ਨਹੀਂ ਕਰਦੇ ਸੀ। ਕਿਉਂ? ਕਿਉਂਕਿ ਇਹਨਾਂ ਦੋਨਾਂ ਦਾ ਇੰਟਰਸਟ ਮਿਊਜ਼ਿਕ ਦੇ ਵਿੱਚ ਵੀ ਸੀਗਾ ਤੇ ਇਹਨਾਂ ਲਿਟਰੇਚਰ ਦੇ ਵਿੱਚ ਤੇ ਆਰਟਸ ਦੇ ਵਿੱਚ ਵੀ ਸੀਗਾ। ਉਸ ਟਾਈਮ 'ਤੇ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਸੀ ਬਹੁਤਾ, ਇਸੇ ਕਰਕੇ ਹੀ ਉਹ ਜਿਹੜੇ ਸੀਗੇ ਆਇਨਸਟਾਈਨ ਨੂੰ ਲੱਗਿਆ ਕਿ ਮਿਲੇਵਾ ਮੈਰਿਕ ਜਿਹੜੀ ਆ ਉਹਨਾਂ ਦੀ ਕੰਪੈਨੀਅਨ ਆ ਫਿਲਿਸਟੀਨਸ ਨੂੰ ਇਸ ਚੀਜ਼ ਦੀ ਆਪੋਜੀਸ਼ਨ ਕਰਨ ਦੇ ਵਿੱਚ। Those people in his family and at the university with whom he was constantly at odds। ਤੇ ਉਹ ਜਿਹੜੇ ਕਹਿੰਦੇ ਪਰਸਨ ਸੀ ਮੀਨਸ ਕਿ ਜਿਹੜੇ ਫਿਲਿਸਟੀਨ ਸੀਗੇ ਜਿਹੜੇ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਸੀ, ਆਰਟਸ, ਮਿਊਜ਼ਿਕ ਐਂਡ ਲਿਟਰੇਚਰ ਨੂੰ, ਉਹ ਆਇਨਸਟਾਈਨ ਦੀ ਫੈਮਿਲੀ ਮੈਂਬਰ ਵੀ ਸੀਗੇ ਤੇ ਯੂਨੀਵਰਸਿਟੀ ਦੇ ਵਿੱਚੋਂ ਵੀ ਕੁਝ ਲੋਕ ਸੀਗੇ ਜਿਨ੍ਹਾਂ ਦੇ ਨਾਲ ਆਇਨਸਟਾਈਨ ਦੀ ਹਮੇਸ਼ਾ ਮਨਮੁਟਾਵ ਹੁੰਦੇ ਰਹਿੰਦੇ ਸੀਗੇ। The couple fell in love। ਤੇ ਹੁਣ ਮਿਲੇਵਾ ਮੈਰਿਕ ਤੇ ਆਇਨਸਟਾਈਨ ਨੂੰ ਇੱਕ ਦੂਸਰੇ ਦੇ ਨਾਲ ਪਿਆਰ ਹੋ ਗਿਆ। Letters survive in which they put their affection into words। ਤੇ ਹੁਣ ਉਹਨਾਂ ਨੇ ਇੱਕ ਦੂਸਰੇ ਨੂੰ ਲੈਟਰਸ ਵੀ ਲਿਖਣੇ ਸ਼ੁਰੂ ਕੀਤੇ ਕਿਉਂਕਿ ਉਸ ਟਾਈਮ 'ਤੇ ਕੀ ਹੁੰਦਾ ਸੀ, ਲੈਟਰਸ ਹੀ ਕਮਿਊਨੀਕੇਸ਼ਨ ਦਾ ਮੇਨ ਜਿਹੜਾ ਸੀ ਮੋਡ ਸੀ। ਤੇ ਇਹਨਾਂ ਨੇ ਜਿਹੜੇ ਆ ਲੈਟਰਸ ਲਿਖੇ ਮਿਕਸਿੰਗ ਸਾਇੰਸ ਵਿਦ ਟੈਂਡਰਨੈਸ, ਤੇ ਇਹਨਾਂ ਦੇ ਜਿਹੜੇ ਲੈਟਰ ਸੀ ਉਹਦੇ ਵਿੱਚ ਵੀ ਇਹ ਸਾਇੰਸ ਨੂੰ ਹੀ ਮਿਕਸ ਕਰਕੇ ਲਿਖਦੇ ਸੀਗੇ। Wrote Einstein
How happy and proud I shall be when we both have brought our work on relativity to a victorious conclusion। ਤੇ ਆਇਨਸਟਾਈਨ ਨੇ ਆਪਣੇ ਇੱਕ ਲੈਟਰ ਦੇ ਵਿੱਚ ਲਿਖਿਆ ਮਿਲੇਵਾ ਮੈਰਿਕ ਨੂੰ ਕਿ ਕਿੰਨੀ ਚੰਗੀ ਗੱਲ ਹੋਏਗੀ ਜਦੋਂ ਸਾਡਾ ਜਿਹੜਾ ਪ੍ਰੋਜੈਕਟ ਹੁਣ ਰਿਲੇਟਿਵਿਟੀ ਦੇ ਉੱਤੇ ਜਿਹੜਾ ਆ ਆਇਨਸਟਾਈਨ ਦਾ ਵਰਕ ਆਇਆ ਸੀਗਾ, ਬਹੁਤ ਹੀ ਫੇਮਸ ਵਰਕ ਸੀ ਰਿਲੇਟਿਵਿਟੀ ਦੇ ਉੱਤੇ, ਤੇ ਉਹਨਾਂ ਦੇ ਵਿੱਚ ਮਿਲੇਵਾ ਮੈਰਿਕ ਨੇ ਵੀ ਉਹਨਾਂ ਦੇ ਨਾਲ ਕੰਮ ਕੀਤਾ ਸੀ ਮਿਲ ਕੇ। ਤੇ ਉਸ ਲੈਟਰ ਦੇ ਵਿੱਚ ਆਇਨਸਟਾਈਨ ਨੇ ਮਿਲੇਵਾ ਨੂੰ ਲਿਖਿਆ ਕਿ ਕਿੰਨਾ ਚੰਗਾ ਹੋਏਗਾ ਜਦੋਂ ਸਾਡਾ ਇਹ ਜਿਹੜਾ ਵਰਕ ਹੈ ਉਹ ਕੀ ਹੈ, ਉਹ ਕਿਸੇ ਕਨਕਲੂਜਨ ਦੇ ਉੱਤੇ ਪਹੁੰਚ ਜਾਏਗਾ, ਮੀਨਸ ਉਹ ਸਫਲ ਹੋ ਜਾਏਗਾ, ਤੇ ਇਹ ਸਾਡੀ ਕੀ ਹੈ ਸਫਲਤਾ ਹੋਏਗੀ। In 1900, at the age of 21, Albert Einstein was a university graduate and unemployed। 1900 ਦੇ ਵਿੱਚ ਜਿਹੜੇ ਆਇਨਸਟਾਈਨ ਸੀ ਉਹ 21 ਸਾਲ ਦੇ ਹੋ ਗਏ ਸੀਗੇ। 21 ਸਾਲ ਦੀ ਉਮਰ ਦੇ ਵਿੱਚ ਉਹ ਇੱਦਾਂ ਦਿਖਦੇ ਸੀ। ਹੁਣ ਅੱਜ ਕੱਲ੍ਹ ਅਸੀਂ ਆਇਨਸਟਾਈਨ ਦੀ ਜੇ ਕੋਈ ਪਿਕਚਰ ਦੇਖਦੇ ਹਾਂ ਤਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਓਲਡ ਏਜ ਦੀ ਫੋਟੋ ਆ ਉਹੀ ਜ਼ਿਆਦਾਤਰ ਦਿਖਾਈ ਜਾਂਦੀ ਆ, ਬਟ ਜਦੋਂ 21 ਈਅਰਸ ਦੇ ਸੀ ਆਇਨਸਟਾਈਨ ਤੇ ਇੰਨੇ ਹੈਂਡਸਮ ਦਿਖਾਈ ਦਿੰਦੇ ਸੀਗੇ। ਦੈਨ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਕਰ ਲਈ ਸੀਗੀ ਤੇ ਪਰ ਉਹਨਾਂ ਕੋਲ ਕੋਈ ਨੌਕਰੀ ਨਹੀਂ ਸੀ, ਅਨਇੰਪਲੋਇਡ ਸੀਗੇ। He worked as a teaching assistant, gave private lessons, and finally secured a job in 1902 as a technical expert in the patent office in Bern। ਆਇਨਸਟਾਈਨ ਨੇ ਇੱਕ ਟੀਚਿੰਗ ਅਸਿਸਟੈਂਟ ਦੇ ਤੌਰ ਤੇ ਵੀ ਕੰਮ ਕੀਤਾ ਤੇ ਪ੍ਰਾਈਵੇਟ ਲੈਸਨਸ ਵੀ ਦਿੱਤੇ। ਫਾਈਨਲੀ ਉਹਨਾਂ ਨੂੰ 1902 ਦੇ ਵਿੱਚ ਇੱਕ ਜੌਬ ਮਿਲ ਗਈ। ਕਿਸ ਚੀਜ਼ ਦੀ ਜੌਬ ਮਿਲੀ? ਟੈਕਨੀਕਲ ਐਕਸਪਰਟ ਦੀ ਇੱਕ ਪੇਟੈਂਟ ਆਫਿਸ ਦੇ ਵਿੱਚ। ਹੁਣ ਪੇਟੈਂਟ ਆਫਿਸ ਦੇ ਵਿੱਚ ਕੀ ਹੁੰਦਾ ਆ, ਅਗਰ ਕੋਈ ਕਿਸੇ ਸਾਇੰਟਿਸਟ ਨੇ ਕੋਈ ਪੇਪਰ ਲਿਖਣਾ ਆ, ਕੋਈ ਰਿਸਰਚ ਦੇ ਵਿੱਚ ਕੁਝ ਲਿਖਣਾ ਆ, ਉਹਦੇ ਵਾਸਤੇ ਕੀ ਆ ਉਹਨਾਂ ਨੂੰ ਕੋਈ ਮਨਜ਼ੂਰੀ ਵਗੈਰਾ ਲੈਣੀ ਪੈਂਦੀ ਆ, ਤੇ ਉਸ ਵਰਕ ਨੂੰ ਪਹਿਲਾਂ ਕੀ ਆ ਰੀਡ ਕੀਤਾ ਜਾਂਦਾ ਆ ਪੂਰੀ ਤਰ੍ਹਾਂ ਕਿ ਇਹਦੇ ਨਾਲ ਕੀ ਆ ਕੋਈ ਫਾਇਦਾ ਵੀ ਹੋਏਗਾ ਕਿ ਇਸ ਰਿਸਰਚ ਕੋਈ ਕਰਨ ਲੱਗਾ ਹੈ ਇਹਦਾ ਕੋਈ ਫਾਇਦਾ ਵੀ ਹੋਵੇ ਤਾਂ ਹੀ ਉਹਦੀ ਮਨਜ਼ੂਰੀ ਦਿੱਤੀ ਜਾਵੇ। ਤੇ ਇਸੇ ਆਫਿਸ ਦੇ ਵਿੱਚ ਟੈਕਨੀਕਲ ਐਕਸਪਰਟ ਦੀ ਜਿਹੜੀ ਜੌਬ ਆ ਉਹ ਆਇਨਸਟਾਈਨ ਨੂੰ ਮਿਲ ਗਈ। While he was supposed to be assessing other people's inventions, Einstein was actually developing his own ideas in secret। ਕਹਿੰਦੇ ਕਿ ਜਦੋਂ ਆਇਨਸਟਾਈਨ ਇਹ ਕੰਮ ਕਰ ਰਹੇ ਸੀ ਪੇਟੈਂਟ ਆਫਿਸ ਦੇ ਵਿੱਚ ਐਕਸਪਰਟ ਟੈਕਨੀਸ਼ੀਅਨ ਦਾ, ਉਹ ਨਾਲ ਦੇ ਨਾਲ ਕੀ ਕਰ ਰਹੇ ਸੀ, ਲੋਕਾਂ ਦੀਆਂ ਜਿਹੜੀਆਂ ਇਨਵੈਂਸ਼ਨ ਸੀ ਉਹਨਾਂ ਨੂੰ ਪੜ੍ਹ ਕੇ ਆਪਣੇ ਵੀ ਆਈਡੀਆਜ਼ ਸੀਕ੍ਰੇਟਲੀ ਡਿਵੈਲਪ ਕਰ ਰਹੇ ਸੀਗੇ। He is said to have jokingly called his desk door at work the Bureau of Theoretical Physics। ਉਹ ਹੁਣ ਕਹਿੰਦੇ ਕਿ ਉਹ ਕੀ ਆ ਇਹ ਆਪਣੇ ਜਿਹੜੇ ਉਹਨਾਂ ਦਾ ਜਿਹੜਾ ਡੈਸਕ ਸੀਗਾ ਜਿਹਦੇ ਉੱਤੇ ਬੈਠ ਕੇ ਉਹ ਸਾਰਾ ਕੁਝ ਰਿਸਰਚਸ ਵਗੈਰਾ ਦੇ ਜੋ ਵੀ ਇਨਵੈਂਸ਼ਨਸ ਦੇ ਪੇਪਰਸ ਆਉਂਦੇ ਸੀ ਉਹਨਾਂ ਨੂੰ ਰੀਡ ਕਰਦੇ ਸੀ। ਉਸ ਡੈਸਕ ਨੂੰ ਉਹ ਬਿਊਰੋ ਆਫ ਥਿਓਰੈਟੀਕਲ ਫਿਜ਼ਿਕਸ ਦਾ ਨਾਮ ਦਿੰਦੇ ਸੀ। One of the famous papers of 1905 was Einstein's special theory of relativity। 1905 ਦੇ ਵਿੱਚ ਆਇਨਸਟਾਈਨ ਦੀ ਇੱਕ ਬਹੁਤ ਫੇਮਸ ਜਿਹੜਾ ਪੇਪਰ ਆਇਆ ਜਿਹੜਾ ਸੀ ਥਿਊਰੀ ਆਫ ਰਿਲੇਟਿਵਿਟੀ। ਤੇ ਇਸ ਰਿਲੇਟਿਵਿਟੀ ਦੀ ਥਿਊਰੀ ਦੇ ਵਿੱਚ ਕੀ ਸੀ, ਅਕੋਰਡਿੰਗ ਟੂ ਵਿਚ ਟਾਈਮ ਐਂਡ ਡਿਸਟੈਂਸ ਆਰ ਨਾਟ ਐਬਸੋਲਿਊਟ, ਜਿਹਦੇ ਅਕੋਰਡਿੰਗ ਟਾਈਮ ਤੇ ਡਿਸਟੈਂਸ ਜਿਹੜਾ ਆ ਐਬਸੋਲਿਊਟ ਨਹੀਂ ਹੈ। Indeed, two perfectly accurate clocks will not continue to show the same time if they come together again after a journey, if one of them has been moving very fast relative to the other। From this followed the world's most famous formula which describes the relationship between mass and energy। ਹੁਣ ਇਸ ਪੇਪਰ ਤੋਂ ਬਾਅਦ ਜਿਹੜਾ ਆ ਫੇਮਸ ਫਾਰਮੂਲਾ ਜਿਹੜਾ ਆ ਉਹ ਐਮਰਜ ਹੋਇਆ ਤੇ ਉਹ ਫਾਰਮੂਲਾ ਸੀ E = mc²। In this mathematical equation, E stands for energy, E ਦਾ ਮਤਲਬ energy, M for mass, M ਦਾ ਮਤਲਬ mass, and C for the speed of the light in a vacuum। ਤੇ ਵੈਕਿਊਮ ਕੀ ਹੁੰਦਾ ਜਿੱਥੇ ਏਅਰ ਨਾ ਹੋਵੇ, ਤੇ ਇਹ ਜਿਹੜਾ ਫਾਰਮੂਲਾ ਆ ਇਹ ਸਾਰਾ ਕੁਝ ਜਿਹੜਾ ਇੰਡੀਕੇਟ ਕਰਦਾ ਸੀ। When you sit with a nice girl for 2 hours, it seems like 2 minutes। ਹੁਣ ਆਇਨਸਟਾਈਨ ਆਪਣੀ ਇਸ ਰਿਲੇਟਿਵਿਟੀ ਦੀ ਥਿਊਰੀ ਨੂੰ ਦਰਸਾਉਣ ਵਾਸਤੇ ਇੱਕ ਸਿੰਪਲ ਜੀ ਲੈਂਗੁਏਜ ਦੇ ਵਿੱਚ ਕੀ ਕਹਿੰਦੇ ਨੇ, ਕਹਿੰਦੇ ਕਿ ਅਗਰ ਤੁਸੀਂ ਇੱਕ ਬੜੀ ਹੀ ਚੰਗੀ ਲੜਕੀ ਦੇ ਨਾਲ 2 ਘੰਟੇ ਬਤੀਤ ਕਰਦੇ ਹੋ, ਉਹਦੇ ਨਾਲ ਬੈਠਦੇ ਹੋ,
ਤੇ ਇਹ ਤੁਹਾਨੂੰ ਲੱਗਦਾ ਹੈ ਕਿ 2 ਘੰਟੇ ਜਿਹੜੇ 2 ਮਿੰਟਾਂ ਦੀ ਤਰ੍ਹਾਂ ਸੀ। ਵੈਨ ਯੂ ਸਿਟ ਔਨ ਅ ਹੌਟ ਸਟੋਵ ਫॉर 2 ਮਿੰਟਸ, ਫਿਰ ਕਹਿੰਦੇ ਕਿ ਇਹਦੇ ਉਲਟ ਅਗਰ ਤੁਸੀਂ ਕਿਸੇ ਹੌਟ ਸਟੋਵ ਦੇ ਉੱਤੇ 2 ਮਿੰਟ ਬੈਠਦੇ ਹੋ ਨਾ, ਇਟ ਸੀਮਸ ਲਾਈਕ 2 hours। ਦੈਟਸ ਰਿਲੇਟਿਵਿਟੀ। ਹੁਣ ਕਹਿੰਦੇ ਕਿ ਅਗਰ ਤੁਸੀਂ ਸਟੋਵ ਦੇ ਉੱਤੇ ਬੈਠਦੇ ਹੋ 2 ਮਿੰਟ, ਉਹ ਤੁਹਾਨੂੰ 2 hours ਲੱਗਦੇ ਆ। ਇਹੀ ਕਹਿੰਦੇ ਕਿ ਰਿਲੇਟਿਵਿਟੀ ਦੀ ਥਿਊਰੀ ਹੈ। While Einstein was solving the most difficult problems in physics, his private life was unraveling। ਹੁਣ ਜਦੋਂ ਬਾਕੀਆਂ ਵਾਸਤੇ ਆਇਨਸਟਾਈਨ ਸਾਇੰਸ ਦੇ ਫਿਜ਼ਿਕਸ ਦੀਆਂ ਪ੍ਰੋਬਲਮ ਸੋਲਵ ਕਰਨ ਦੇ ਵਿੱਚ ਜੁਟੇ ਹੋਏ ਸੀ, ਉਹਨਾਂ ਦੀ ਆਪਣੀ ਜਿਹੜੀ ਪ੍ਰਾਈਵੇਟ ਲਾਈਫ ਆ ਉਹਦੇ ਵਿੱਚ ਕੀ ਆ, ਕਲੈਸ਼ਸ ਆਣੇ ਸ਼ੁਰੂ ਹੋ ਗਏ। Albert had wanted to marry Mileva right after finishing his studies, but his mother was against it। ਤੇ ਹੁਣ ਜਿਹੜੇ ਆਇਨਸਟਾਈਨ ਆ ਆਪਣੀ ਜਿਹੜੀ ਰਿਸਰਚ ਪੇਪਰ ਦਾ ਜੋ ਵੀ ਵਰਕ ਸੀ ਉਹਨੂੰ ਖ਼ਤਮ ਕਰਨ ਤੋਂ ਬਾਅਦ ਮਿਲੇਵਾ ਮੈਰਿਕ ਦੇ ਨਾਲ ਮੈਰਿਜ ਕਰਨਾ ਚਾਹੁੰਦੇ ਸੀ, ਬਟ ਆਇਨਸਟਾਈਨ ਦੀ ਮਦਰ ਇਸ ਮੈਰਿਜ ਦੇ ਅਗੇਂਸਟ ਸੀ। ਕਿਉਂ ਅਗੇਂਸਟ ਸੀ? ਸ਼ੀ ਥਾਟ, ਸ਼ੀ ਮੀਨਸ ਆਇਨਸਟਾਈਨ ਦੀ ਮਦਰ, she thought Mileva, who was 3 years older than her son, was too old for him। ਹੁਣ ਮਿਲੇਵਾ ਦੀ ਏਜ ਜਿਹੜੀ ਆ ਆਇਨਸਟਾਈਨ ਤੋਂ 3 ਸਾਲ ਜ਼ਿਆਦਾ ਸੀ, ਇਸ ਕਰਕੇ ਆਇਨਸਟਾਈਨ ਦੀ ਮਦਰ ਸੋਚਦੇ ਸੀਗੇ ਕਿ ਮਿਲੇਵਾ ਜਿਹੜੀ ਆ ਉਹ ਕੀ ਹੈ, ਵੱਡੀ ਹੈ ਆਇਨਸਟਾਈਨ ਤੋਂ। ਸ਼ੀ ਵਾਜ਼ ਆਲਸੋ ਬੋਦਰਡ ਬਾਈ ਮਿਲੇਵਾਸ ਇੰਟੈਲੀਜੈਂਸ। ਹੁਣ ਮਿਲੇਵਾ ਜਿਹੜੀ ਇੰਟੈਲੀਜੈਂਟ ਵੀ ਸੀ, ਇਸ ਕਰਕੇ ਵੀ ਜਿਹੜੀ ਆਇਨਸਟਾਈਨ ਦੀ ਮਦਰ ਸੀ ਉਹ ਪਰੇਸ਼ਾਨ ਸੀ ਕਿ ਮਿਲੇਵਾ ਦੀ ਜਿਹੜੀ ਇੰਟੈਲੀਜੈਂਸ ਵੀ ਹੈ ਉਹ ਪੜ੍ਹੀ ਲਿਖੀ ਵੀ ਹੈ। ਸ਼ੀ ਇਜ਼ ਅ ਬੁੱਕ ਲਾਈਕ ਯੂ, ਹਿਜ਼ ਮਦਰ ਸੈਡ। ਤੇ ਹੁਣ ਆਇਨਸਟਾਈਨ ਦੀ ਮਦਰ ਉਹਨਾਂ ਨੂੰ ਕਹਿੰਦੀ ਆ ਕਿ ਮਿਲੇਵਾ ਵੀ ਤੇਰੀ ਤਰ੍ਹਾਂ ਇੱਕ ਬੁੱਕ ਹੈ, ਮਤਲਬ ਕਿ ਜਿੱਦਾਂ ਤੂੰ ਇੰਟੈਲੀਜੈਂਟ ਹੈ, ਤੂੰ ਰਿਸਰਚ ਦੇ ਵਿੱਚ ਹੈ, ਉਹ ਵੀ ਇੱਦਾਂ ਦੀ ਹੀ ਆ। ਆਇਨਸਟਾਈਨ ਪੁੱਟ ਦ ਵੈਡਿੰਗ ਆਫ। ਇਸ ਸਾਰੀ ਸਿਚੁਏਸ਼ਨਸ ਦੇ ਵਿੱਚ ਆਇਨਸਟਾਈਨ ਨੇ ਉਸ ਟਾਈਮ 'ਤੇ ਫਿਲਹਾਲ ਆਪਣੀ ਜਿਹੜੀ ਮੈਰਿਜ ਆ ਉਹਦਾ ਵਿਚਾਰ ਟਾਲ ਦਿੱਤਾ। ਦ ਪੇਅਰ ਫਾਈਨਲੀ ਮੈਰਿਡ ਇਨ ਜਨਵਰੀ 1903 ਐਂਡ ਹੈਡ 2 sons। ਫਾਈਨਲੀ ਉਹਨਾਂ ਨੇ 1903 ਦੇ ਵਿੱਚ ਮਿਲੇਵਾ ਮੈਰਿਕ ਦੇ ਨਾਲ ਮੈਰਿਜ ਕਰ ਲਈ ਤੇ ਉਹਨਾਂ ਦੇ 2 ਬੇਟੇ ਵੀ ਹੋਏ। ਬਟ ਅ ਫਿਊ ਈਅਰਸ ਲੇਟਰ ਦ ਮੈਰਿਜ ਫਾਲਟਰਡ। ਬਟ ਕੁਝ ਸਾਲਾਂ ਦੇ ਬਾਅਦ ਜਿਹੜੇ ਮੈਰਿਜ ਸੀ ਉਹਨਾਂ ਦੀ ਉਹ ਕੀ ਆ, ਉਹਨਾਂ ਦੇ ਵਿੱਚ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ। Mileva meanwhile was losing her intellectual ambition and becoming an unhappy housewife। ਤੇ ਹੁਣ ਜਿਹੜੀ ਮਿਲੇਵਾ ਆ ਉਹ ਅਨਹੈਪੀ ਸੀ ਆਪਣੀ ਜਿਹੜੀ ਮੈਰਿਜ ਲਾਈਫ ਤੋਂ, ਕਿਉਂਕਿ ਉਹਨਾਂ ਦੀਆਂ ਕੁਝ ਐਂਬੀਸ਼ਨਸ ਸੀ। ਉਹ ਵੀ ਆਇਨਸਟਾਈਨ ਦੀ ਤਰ੍ਹਾਂ ਕੁਝ ਕਰਨਾ ਚਾਹੁੰਦੇ ਸੀ, ਕੁਝ ਕੰਮ ਕਰਨਾ ਚਾਹੁੰਦੇ ਸੀ, ਆਪਣੇ ਪ੍ਰੋਫੈਸ਼ਨ ਦੇ ਵਿੱਚ ਜਾਣਾ ਚਾਹੁੰਦੇ ਸੀ, ਬਟ ਉਹ ਇੱਕ ਹਾਊਸ ਵਾਈਫ ਬਣ ਕੇ ਰਹਿ ਗਈ ਸੀ, ਜਿਹਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਕੀ ਆ, ਘੁਟਨ ਮਹਿਸੂਸ ਹੁੰਦੀ ਸੀ। ਆਫਟਰ ਈਅਰਸ ਆਫ constant fighting the couple finally divorced in 1919। ਤੇ ਫਿਰ ਕੀ ਹੋਇਆ, ਲਗਾਤਾਰ ਉਹਨਾਂ ਦੇ ਵਿੱਚ ਝਗੜੇ ਹੁੰਦੇ ਰਹੇ ਤੇ ਫਾਈਨਲੀ ਉਹਨਾਂ ਨੇ 1919 ਦੇ ਵਿੱਚ ਡਾਈਵੋਰਸ ਲੈ ਲਿਆ ਤੇ ਉਹ ਅਲੱਗ ਹੋ ਗਏ। ਆਇਨਸਟਾਈਨ ਮੈਰਿਡ ਹਿਸ ਕਜ਼ਨ ਐਲਸਾ ਦ ਸੇਮ ਈਅਰ। ਉਸੇ ਸਾਲ ਹੀ ਮਤਲਬ 1919 ਦੇ ਵਿੱਚ ਹੀ ਆਇਨਸਟਾਈਨ ਨੇ ਆਪਣੀ ਕਜ਼ਨ ਐਲਸਾ ਦੇ ਨਾਲ ਮੈਰਿਜ ਕਰ ਲਈ। ਆਇਨਸਟਾਈਨਸ ਨਿਊ ਪਰਸਨਲ ਚੈਪਟਰ ਕੋਇਨਸੀਡਡ with his rise to world fame। ਹੁਣ ਆਇਨਸਟਾਈਨ ਦਾ ਮਤਲਬ ਨਿਊ ਪਰਸਨਲ ਚੈਪਟਰ ਮੀਨਸ ਐਲਸਾ ਦੇ ਨਾਲ ਮੈਰਿਜ ਤੋਂ ਬਾਅਦ ਉਹਨਾਂ ਦੀ ਜਿਹੜੀ ਲਾਈਫ ਸੀ ਕਹਿੰਦੇ ਉਹ ਇੱਕਦਮ ਚਮਕ ਗਈ। ਉਹਨਾਂ ਦਾ ਜਿਹੜਾ ਫਿਊਚਰ ਮਤਲਬ ਉਹਨਾਂ ਦੇ ਲਾਈਫ ਦੇ ਵਿੱਚ ਬਹੁਤ ਵਧੀਆ ਹੋਇਆ। ਕੀ ਵਧੀਆ ਹੋਇਆ? ਇਨ 1905 ਹੀ ਹੈਡ ਪਬਲਿਸ਼ ਹਿਸ ਜਨਰਲ ਥਿਊਰੀ ਆਫ ਰਿਲੇਟਿਵਿਟੀ। 1915 ਦੇ ਵਿੱਚ ਉਹਨਾਂ ਨੇ ਜਨਰਲ ਥਿਊਰੀ ਆਫ ਜਿਹੜੀ ਰਿਲੇਟਿਵਿਟੀ ਆ ਉਹਨੂੰ ਪਬਲਿਸ਼ ਕੀਤਾ, which provided a new interpretation of gravity। ਜਿਨੇ ਕਿ ਗ੍ਰੈਵਿਟੀ ਦੀ ਕਨਸੈਪਟ ਨੂੰ ਇੱਕ ਨਵੀਂ ਇੰਟਰਪ੍ਰੀਟੇਸ਼ਨ ਦਿੱਤੀ। An eclipse of the sun in 1919 brought proof that it was accurate। ਤੇ 1919 ਦਾ ਜਿਹੜਾ ਸਨ ਐਕਲਿਪਸ ਲੱਗਿਆ, ਸਨ ਐਕਲਿਪਸ ਸਮਝਦੇ ਆ ਨਾ ਆਪਾਂ, ਸੂਰਜ ਗ੍ਰਹਿਣ, ਉਹਦੇ ਵਿੱਚ ਜਿਹੜੀ ਇਹਨਾਂ ਦੀ ਜਨਰਲ ਥਿਊਰੀ ਸੀ ਆਇਨਸਟਾਈਨ ਦੀ ਉਹ ਪ੍ਰੂਫ ਵੀ ਹੋ ਗਈ। Einstein had correctly calculated in advance the extent to which the light from fixed stars would be deflected through the sun's gravitation field। The newspaper proclaimed this work as a scientific revolution। ਤੇ ਇਸ ਉਹਨਾਂ ਦੀ ਜਿਹੜੀ ਜਨਰਲ ਥਿਊਰੀ ਨੂੰ ਕੀ ਆ, ਸਾਇੰਟੀਫਿਕ ਰੈਵੋਲੂਸ਼ਨ ਦਾ ਨਾਮ ਦਿੱਤਾ ਗਿਆ। Einstein received the Nobel Prize for Physics in 1921। ਤੇ ਆਇਨਸਟਾਈਨ ਨੂੰ 1921 ਦੇ ਵਿੱਚ ਨੋਬਲ ਪ੍ਰਾਈਜ਼ ਵੀ ਮਿਲਿਆ।
He was showered with honors and invitations from all over the world and lauded by the press. ਤੇ ਹੁਣ ਇਸ ਨੋਬਲ ਪ੍ਰਾਈਜ਼ ਮਿਲਣ ਤੋਂ ਬਾਅਦ ਆਇਨਸਟਾਈਨ ਬਹੁਤ ਜ਼ਿਆਦਾ ਪਪੂਲਰ ਹੋ ਗਏ ਤੇ ਉਹਨਾਂ ਨੂੰ ਵੱਖ-ਵੱਖ ਪੂਰੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਇਨਵਾਈਟ ਕੀਤਾ ਜਾਣ ਲੱਗਿਆ। When the Nazis came to power in Germany in 1933, Einstein emigrated to the United States। ਜਦੋਂ ਹੁਣ ਨਾਜ਼ੀਜ਼ ਪਾਵਰ ਦੇ ਵਿੱਚ ਆਏ ਜਰਮਨੀ ਦੇ ਵਿੱਚ, ਇਹ ਤੁਸੀਂ ਨਾਜ਼ੀਜ਼ ਦੇ ਉੱਤੇ ਪੂਰਾ ਚੈਪਟਰ SST ਦੀ ਹਿਸਟਰੀ ਦੇ ਵਿੱਚ ਰੀਡ ਕਰੋਗੇ। ਤੇ ਉਸ ਤੋਂ ਬਾਅਦ ਨਾਜ਼ੀਜ਼ ਦਾ ਜਿਹੜਾ ਫੇਮਸ ਸ਼ਾਸਕ ਤਾਨਾਸ਼ਾਹ ਜਿਹੜਾ ਆ ਹਿਟਲਰ, ਆਡੋਲਫ ਹਿਟਲਰ ਸੀ ਜਿਹੜਾ, ਉਹਨੇ ਜਿਹੜਾ ਆ ਬਹੁਤ ਜ਼ਿਆਦਾ ਸਿਚੁਏਸ਼ਨ ਜਿਹੜੀ ਆ ਜਰਮਨੀ ਦੀ ਖਰਾਬ ਕਰਤੀ। ਉਹਨੇ ਬਹੁਤ ਸਾਰੇ ਜਿਊਸ ਨੂੰ ਮਰਵਾਇਆ ਤੇ ਉਹਦੇ ਨਾਲ ਜਿਹੜੀ ਸਿਚੁਏਸ਼ਨ ਜਰਮਨੀ ਦੀ ਜਿਹੜੀ ਆ ਕੁਛ ਠੀਕ ਨਹੀਂ ਰਹੀ। ਇਸ ਕਰਕੇ ਆਇਨਸਟਾਈਨ ਜਿਹੜੇ ਆ ਉਹ ਐਮੀਗ੍ਰੇਟਿਡ ਹੋ ਗਏ। ਐਮੀਗ੍ਰੇਟਿਡ ਹੁੰਦੇ ਆ ਕਿਸੇ ਦੂਸਰੇ ਦੇਸ਼ ਦੇ ਵਿੱਚ ਜਾ ਕੇ ਸੈਟਲ ਹੋ ਜਾਣਾ, ਉੱਥੇ ਜਾ ਕੇ ਵਸ ਜਾਣਾ, ਰਹਿਣ ਲੱਗ ਜਾਣਾ। ਤੇ ਆਇਨਸਟਾਈਨ ਯੂਨਾਈਟਿਡ ਸਟੇਟਸ ਦੇ ਵਿੱਚ ਸੈਟਲ ਹੋ ਗਏ। 5 years later, the discovery of nuclear fission in Berlin had American physicists is in an uproar। ਹੁਣ 1933 ਤੋਂ ਬਾਅਦ ਆਇਨਸਟਾਈਨ ਦੇ US ਚਲੇ ਜਾਣ ਤੋਂ 5 ਸਾਲ ਬਾਅਦ ਕੀ ਹੋਇਆ, ਬਰਲਿਨ ਜਰਮਨੀ ਦੀ ਕੈਪੀਟਲ ਹੈ, ਬਰਲਿਨ ਦੇ ਵਿੱਚ ਨਿਊਕਲੀਅਰ ਫਿਜ਼ਨ ਦੀ ਜਿਹੜੀ ਆ ਡਿਸਕਵਰੀ ਹੋਈ। ਨਿਊਕਲੀਅਰ ਫਿਜ਼ਨ ਜਿਹੜੀ ਆ ਨਿਊਕਲੀਅਰ ਬੋਮਬਸ ਦੇ ਨਾਲ ਰਿਲੇਟਿਡ ਟਰਮ ਹੈ, ਠੀਕ ਹੈ। ਹੁਣ ਇਸ ਚੀਜ਼ ਨੇ ਫਿਜ਼ਿਕਸ ਜਿਹੜੇ ਜਿੰਨੇ ਸੀ ਅਮਰੀਕਾ ਦੇ ਉਹਨਾਂ ਨੂੰ ਕੀ ਆ ਚਿੰਤਾ ਦੇ ਵਿੱਚ ਪਾਤਾ। ਮੈਨੀ ਆਫ them had fled from fascism just as Einstein had, and now they were afraid the Nazis could build and use an atomic bomb। ਹੁਣ ਜਿਹੜਾ ਨਿਊਕਲੀਅਰ ਬੋਮ ਹੁੰਦਾ ਨਾ ਬਹੁਤ ਜ਼ਿਆਦਾ ਡਿਸਟਰਕਸ਼ਨ ਕਰਦਾ ਆ। ਇਸੇ ਕਰਕੇ ਜਿਹੜੇ ਫਿਜ਼ਿਕਸ ਸੀਗੇ ਇਨਕਲੂਡਿੰਗ ਆਇਨਸਟਾਈਨ ਉਹਨਾਂ ਨੂੰ ਵੀ ਫਿਕਰ ਸੀਗੀ ਕਿ ਜਿਹੜਾ ਨਾਜ਼ੀਸ ਆ ਮਤਲਬ ਜਿਹੜਾ ਹਿਟਲਰ ਹੈ ਉਹ ਕਿਸੇ ਦੂਸਰੇ ਦੇਸ਼ ਦੇ ਉੱਤੇ ਐਟੋਮਿਕ ਬੋਮ ਦੀ ਜਿਹੜੇ ਆ ਦੇ ਨਾਲ ਹਮਲਾ ਕਰਕੇ ਉਹਨਾਂ ਦੀ ਬਰਬਾਦੀ ਨਾ ਕਰ ਦੇਵੇ। At the urging of a colleague, Einstein wrote a letter to the American President Franklin D. Roosevelt on 2 August 1939, in which he warned। ਤੇ ਹੁਣ ਇੱਕ ਆਇਨਸਟਾਈਨ ਦੇ ਇੱਕ ਕਲੀਗ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਤੇ ਉਹਨਾਂ ਦੇ ਰਿਕੁਐਸਟ ਕਰਨ ਤੇ ਆਇਨਸਟਾਈਨ ਨੇ ਉਸ ਟਾਈਮ ਤੇ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ ਰੂਜ਼ਵੈਲਟ ਉਹਨਾਂ ਨੂੰ ਇੱਕ ਲੈਟਰ ਲਿਖਿਆ 2 ਅਗਸਤ 1939 ਦੇ ਵਿੱਚ। ਤੇ ਉਹਨਾਂ ਦੇ ਵਿੱਚ ਉਸ ਲੈਟਰ ਦੇ ਵਿੱਚ ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ। ਕੀ ਲਿਖਿਆ ਉਹਨਾਂ ਨੇ, ਅ ਸਿੰਗਲ ਬੋਮ ਆਫ ਦਿਸ ਟਾਈਪ exploded in a port might very well destroy the whole part together with some of the surrounding territory। ਹੁਣ ਆਇਨਸਟਾਈਨ ਨੇ ਦੱਸਿਆ ਕਿ ਇਹ ਜਿਹੜਾ ਬੋਮ ਹੈ ਜਿਹੜਾ ਜਰਮਨੀ ਦੇ ਵਿੱਚ ਬਣਿਆ ਆ ਬਰਲਿਨ ਦੇ ਵਿੱਚ, ਇਹ ਕੀ ਕਰ ਸਕਦਾ ਆ, ਇੱਕ ਪੂਰੇ ਪੋਰਟ ਨੂੰ ਤਬਾਹ ਕਰ ਸਕਦਾ ਆ, ਉੱਥੇ ਆਲੇ ਦੁਆਲੇ ਦੀ ਜਿੰਨੀ ਵੀ ਟੈਰੀਟਰੀ ਆ ਉਹਨੂੰ ਵੀ ਤਬਾਹ ਕਰ ਸਕਦਾ ਆ। ਮਤਲਬ ਕਿ ਬਹੁਤ ਜ਼ਿਆਦਾ ਡਿਸਟਰਕਸ਼ਨ ਹੋ ਸਕਦੀ ਆ ਇਸ ਬੋਮ ਦੇ ਨਾਲ। ਇੱਦਾਂ ਉਹਨਾਂ ਨੇ ਚੇਤਾਵਨੀ ਦਿੱਤੀ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ। ਹਿਜ਼ ਵਰਡਸ ਡਿਡ ਫੇਲ ਟੂ ਹੈਵ ਐਨ ਇਫੈਕਟ। ਤੇ ਹੁਣ ਜਿਹੜੇ ਆਇਨਸਟਾਈਨ ਨੇ ਜੋ ਵੀ ਲੈਟਰ ਦੇ ਵਿੱਚ ਲਿਖਿਆ ਸੀ ਉਸ ਚੀਜ਼ ਦਾ ਅਸਰ ਹੋਇਆ ਅਮਰੀਕਨ ਪ੍ਰੈਜ਼ੀਡੈਂਟ ਦੇ ਉੱਤੇ। ਦ ਅਮਰੀਕਨਸ ਡਿਵੈਲਪ ਦ ਐਟੋਮਿਕ ਬੋਮ ਇਨ ਅ ਸੀਕ੍ਰੇਟ ਪ੍ਰੋਜੈਕਟ ਆਫ ਦੇਅਰ ਓਨ। ਹੁਣ ਅਮਰੀਕਨਸ ਨੇ ਵੀ ਐਟੋਮਿਕ ਬੋਮ ਜਿੱਦਾਂ ਦਾ ਬਰਲਿਨ ਦੇ ਵਿੱਚ ਬਣਿਆ ਸੀ ਉੱਦਾਂ ਦਾ ਸੀਕ੍ਰੇਟਲੀ ਬਣਾ ਲਿਆ ਐਂਡ ਡਰੋਪਡ ਇਟ ਔਨ ਦ ਜੈਪਨੀਜ਼ ਸਿਟੀਜ਼ ਆਫ ਹੀਰੋਸ਼ੀਮਾ ਐਂਡ ਨਾਗਾਸਾਕੀ ਇਨ ਅਗਸਤ 1945। ਤੇ ਉਹਨਾਂ ਨੇ ਨਾ ਸਿਰਫ ਅਮਰੀਕਨਸ ਨੇ ਬੋਮ ਬਣਾਇਆ ਬਲਕਿ ਉਹਨਾਂ ਨੇ ਜਾਪਾਨ ਦੀਆਂ 2 ਸਿਟੀਜ਼ ਹੀਰੋਸ਼ੀਮਾ ਐਂਡ ਨਾਗਾਸਾਕੀ ਦੇ ਵਿੱਚ ਇਹਨਾਂ ਬੋਮਸ ਨੂੰ ਸੁੱਟ ਵੀ ਦਿੱਤਾ। ਤੇ ਇਸ ਬੋਮਸ ਦੇ ਨਾਲ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਡਿਸਟਰਕਸ਼ਨ ਹੋਈ ਸੀਗੀ। ਆਇਨਸਟਾਈਨ ਵਾਸ ਡੀਪਲੀ ਸ਼ੇਕਨ ਬਾਈ ਦ ਐਕਸਟੈਂਟ ਆਫ ਦ ਡਿਸਟਰਕਸ਼ਨ। ਆਇਨਸਟਾਈਨ ਨੂੰ ਇਸ ਹੋਏ ਡਿਸਟਰਕਸ਼ਨ ਦੇ ਨਾਲ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਵਿੱਚ ਜੋ ਹੋਇਆ ਉਹਦੇ ਨਾਲ ਉਹਨਾਂ ਦੇ ਉੱਤੇ ਬਹੁਤ ਗਹਿਰਾ ਅਸਰ ਪਿਆ ਆਇਨਸਟਾਈਨ ਦੇ ਉੱਤੇ। ਦਿਸ ਟਾਈਮ ਹੀ ਰੋਟ ਅ ਪਬਲਿਕ ਮਿਸਿਵ। ਪਬਲਿਕ ਮਿਸਿਵ ਇਜ਼ ਐਨ ऑफिशियल लॉन्ग लैटर टू द यूनाइटेड नेशंस। यूनाइटेड नेशन सानू पता है कि जिहड़ा कंट्रीज़ दा ग्रुप है
ਉਹਨਾਂ ਨੂੰ ਹੁਣ ਇੱਕ ਪਬਲਿਕ ਮਿਸਿਵ ਲਿਖਿਆ, ਇੱਕ ਲੌਂਗ ਆਫੀਸ਼ੀਅਲ ਲੈਟਰ ਲਿਖਿਆ ਆਇਨਸਟਾਈਨ ਨੇ, ਤੇ ਇਨ ਇਟ ਤੇ ਉਹਨਾਂ ਨੇ ਕੀ ਕਿਹਾ ਉਹਦੇ ਵਿੱਚ, ਇਨ ਇਟ ਹੀ ਪ੍ਰਪੋਜ਼ ਦ ਫਾਰਮੇਸ਼ਨ ਆਫ ਅ ਵਰਲਡ ਗਵਰਨਮੈਂਟ, ਤੇ ਉਹਨਾਂ ਨੇ ਡਿਮਾਂਡ ਕੀਤੀ ਕਿ ਇੱਕ ਵਰਲਡ ਗਵਰਨਮੈਂਟ ਬਣਨੀ ਚਾਹੀਦੀ ਆ। ਅਨਲਾਈਕ ਦ ਲੈਟਰ ਟੂ ਰੂਸਵੈਲਟ ਦਿਸ ਵਨ ਮੇਡ ਨੋ ਇੰਪੈਕਟ, ਤੇ ਰੂਸਵੈਲਟ ਨੂੰ ਜਿਹੜਾ ਉਹਨਾਂ ਨੇ ਲੈਟਰ ਲਿਖਿਆ ਸੀ ਉਹਦੇ ਕੰਪੈਰੇਟਿਵਲੀ ਇਸ ਲੈਟਰ ਦਾ ਕੋਈ ਵੀ ਅਸਰ ਨਹੀਂ ਹੋਇਆ। But over the next decade, Einstein got ever more involved in politics, agitation for an end to the arms built up, and using this popularity to campaign for peace and democracy. अगले 10 साल, decade means 10 साल ਦਾ time, 10 years ਦਾ time। ਸੋ ਅਗਲੇ 10 ਸਾਲਾਂ ਦੇ ਵਿੱਚ ਆਇਨਸਟਾਈਨ ਨੇ ਕੀ ਕੀਤਾ, ਪੋਲੀਟਿਕਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਲੈਣਾ ਸ਼ੁਰੂ ਕਰ ਦਿੱਤਾ, ਤੇ ਉਹਨਾਂ ਨੇ ਕੀ ਕੀਤਾ, ਪੀਸਫੁਲੀ ਜਿਹੜੇ ਆ ਕੈਂਪੇਨਸ ਲਗਾਉਣੇ ਸ਼ੁਰੂ ਕੀਤੇ ਡੈਮੋਕ੍ਰੇਸੀ ਵਾਸਤੇ, ਕਿਉਂਕਿ ਉਸ ਟਾਈਮ 'ਤੇ ਬਹੁਤੇ ਦੇਸ਼ਾਂ ਦੇ ਵਿੱਚ ਡੈਮੋਕ੍ਰੇਸੀ ਨਹੀਂ ਸੀ, ਤੇ ਆਇਨਸਟਾਈਨ ਨੇ ਇਸ ਚੀਜ਼ ਵੱਲ ਕੀ ਆ ਤਵੱਜੋ ਦੇਣੀ ਸ਼ੁਰੂ ਕੀਤੀ। When Einstein died in 1955 at the age of 76, he was celebrated as a visionary and world citizen as much as scientific genius। ਤੇ ਜਦੋਂ 1955 ਦੇ ਵਿੱਚ ਆਇਨਸਟਾਈਨ ਦੀ ਮੌਤ ਹੋਈ, ਜਿਸ ਟਾਈਮ ਤੇ ਉਹਨਾਂ ਦੀ ਏਜ 76 ਈਅਰਸ ਦੀ ਸੀ, ਉਹਨਾਂ ਨੂੰ ਇੱਕ ਵਿਜ਼ਨਰੀ ਸਿਟੀਜ਼ਨ ਦੇ ਤੌਰ 'ਤੇ, ਪੂਰੇ ਵਰਲਡ ਦਾ ਸਿਟੀਜ਼ਨ ਦੇ ਤੌਰ 'ਤੇ, ਸਾਇੰਟੀਫਿਕ ਜੀਨੀਅਸ ਦੇ ਰੂਪ ਦੇ ਵਿੱਚ ਜਾਣਿਆ ਗਿਆ। ਸੋ ਇਸ ਲੈਸਨ ਤੋਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਆਇਨਸਟਾਈਨ ਸੀ ਉਹ ਇੱਕ ਹਿਊਮੈਨੀਟੇਰੀਅਨ ਵੀ ਸੀਗੇ, ਉਹਨਾਂ ਦੇ ਮਨ ਦੇ ਵਿੱਚ ਪੂਰੇ ਵਰਲਡ ਦੇ ਲਈ ਫਿਕਰ ਵੀ ਸੀਗੀ, ਉਹਨਾਂ ਨੇ ਵਾਰਨ ਵੀ ਕੀਤਾ ਕਿ ਡਿਸਟਰਕਸ਼ਨ ਨਾ ਹੋਵੇ, ਤੇ ਉਹ ਕੀ ਚਾਹੁੰਦੇ ਸੀਗੇ, ਪੀਸ ਚਾਹੁੰਦੇ ਸੀਗੇ। ਸੋ ਵਿਦ ਦਿਸ ਵੀ ਕਮ ਟੂ ਐਨ ਐਂਡ ਆਫ ਅ ਲੈਸਨ। ਨੈਕਸਟ ਵੀਕ ਵੀ ਵਿਲ ਡਿਸਕਸ another lesson. Till then, keep learning. Thank you.